ਅਸੀਂ ਕਹਿੰਦੇ ਹਾਂ ਬਟਾਲਾ ਸਾਹਿਬ ਬੜੇ ਸਤਿਕਾਰ ਹੋਗੇ, ਮੈਂ ਹੱਥ ਜੋੜ ਕੇ ਪੁੱਛਣਾ ਜੀ ਕਿ ਤੁਸੀਂ ਦੱਸੋ ਬਟਾਲਾ ਸਾਹਿਬ 4 ਸਾਲ ਕਿੱਥੇ ਸੌ? ਕਿ ਪਿੱਛੇ ਹੁਣ ਤੁਸੀਂ ਆਰੋਪ ਲਾ ਰਹੇ ਹੋ ਸਰਨਾ ਸਾਹਿਬ ਤੇ, ਤੁਸੀਂ ਆਰੋਪ ਲਾ ਰਹੇ ਹੋ ਸਿਰਸਾ ਸਾਹਿਬ ਤੇ, ਤੁਸੀਂ ਆਰੋਪ ਲਾ ਰਹੇ ਹੋ ਬਟਾਲਾ ਸਾਹਿਬ ਤੇ, ਫਿਰ ਕੱਲ ਉਹਨਾਂ ਨੇ ਤੁਹਾਡੇ ਤੇ ਆਰੋਪ ਲਾਉਣ ਲੱਗ ਪਏ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਰਵਿੰਦਰ ਸਰਾਣਾ ਸਵਾਗਤ ਕਰਦਾ ਤੁਹਾਡਾ ਫਤਿਹ ਟੀਵੀ ਤੇ। ਦੋਸਤੋ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੀ ਗੱਲ ਕਰੀਏ ਤਾਂ ਉਹਦਾ ਬਿਗੁਲ ਵੱਜ ਚੁੱਕਾ ਹੈ। ਉਸੇ ਕੜੀ ਦੇ ਤਹਿਤ ਅੱਜ ਫਤਿਹ ਟੀਵੀ ਪਹੁੰਚਿਆ ਹੈ ਪੰਥਕ ਸੇਵਾ ਦਲ ਰਜਿਸਟਰਡ ਦੇ ਜਿਹੜੇ ਦਿੱਲੀ ਪ੍ਰਧਾਨ ਨੇ, ਤੇ ਤੁਹਾਨੂੰ ਦੱਸ ਦਈਏ ਉਹ ਵਾਰਡ ਨੰਬਰ 10 ਗੁਰੂ ਹਰਿਕ੍ਰਿਸ਼ਨ ਨਗਰ ਦੇ ਪੰਥਕ ਉਮੀਦਵਾਰ ਵੀ ਨੇ। ਬਿਲਕੁਲ ਜੀ, ਪਰਮਜੀਤ ਸਿੰਘ ਜਿਨ੍ਹਾਂ ਨੂੰ ਵੀਰ ਜੀ ਵੀ ਕਹਿੰਦੇ ਨੇ, ਸਾਡੇ ਨਾਲ ਜੁੜ ਚੁੱਕੇ ਨੇ। ਆਓ ਤੁਹਾਨੂੰ ਉਹਨਾਂ ਨਾਲ ਮਿਲਾਨੇ ਆ। ਵੀਰ ਜੀ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਇਲੈਕਸ਼ਨ ਆ ਗਏ ਨੇ ਜੀ, ਕਿਸ ਮੁੱਦਿਆਂ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਵੋਟਰ ਨੇ ਉਹਨਾਂ ਦੀ ਕਚਹਿਰੀ ਜਾ ਰਹੇ ਹੋ? ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ, ਤੁਸੀਂ ਆਏ ਇੰਟਰਵਿਊ ਲੈਣ। ਦੇਖੋ ਜੀ, ਮੁੱਦੇ ਤੇ ਜੋ ਅਸਲ ਗੱਲ ਸੰਗਤ ਤੱਕ ਅਸੀਂ ਸੱਚਾਈ ਪਹੁੰਚਾਉਣੀ ਹੈ। ਸੱਚਾਈ ਮੇਰੇ ਕਹਿਣ ਦਾ ਮਤਲਬ ਹੈ ਕਿ ਜੋ ਪਿਛਲੇ 8 ਸਾਲਾਂ ਤੋਂ ਦਿੱਲੀ ਕਮੇਟੀ ਜੋ ਕਰਪਸ਼ਨ ਦਾ ਇੱਕ ਦੌਰ ਚੱਲਿਆ, ਉਸ ਦੌਰ ਕਰਕੇ ਸੰਗਤ ਇੰਨੀ ਦੁਖੀ ਹੈ ਕਿ ਸਾਨੂੰ ਇਹ ਲੱਗਿਆ ਕਿ ਹੁਣ ਸਾਨੂੰ 46 ਵਾਰਡਾਂ 'ਚ ਪੂਰੀ ਤਰੀਕੇ ਨਾਲ ਆਉਣਾ ਚਾਹੀਦਾ। ਔਰ ਸਾਡੀ ਪਾਰਟੀ, ਕਿਉਂਕਿ ਪਿਛਲੀ ਵਾਰੀ ਸਿਲੈਕਸ਼ਨ ਫਾਈਟ ਕੀਤੀ ਸੀ ਪਰ ਸਾਡੀ ਨਵੀਂ ਪਾਰਟੀ ਸੀ, ਇਸ ਵਾਰ ਅਸੀਂ ਪੂਰੇ ਜ਼ੋਰ ਸ਼ੋਰ ਨਾਲ ਆ ਰਹੇ ਹਾਂ। ਔਰ ਸਾਡਾ ਇੱਕੋ ਮੋਟਿਵ ਹੈ ਕਿ ਪੰਥ ਦੀ ਸੇਵਾ ਔਰ ਕਰਪਸ਼ਨ ਜਿਨ੍ਹਾਂ ਨੇ ਕੀਤੀ ਹੈ ਉਹ ਅਸੀਂ ਉਜਾਗਰ ਕਰਨੀ ਹੈ। ਜੋ ਚੋਰੀ ਚਕਾਰੀ ਦਿੱਲੀ ਕਮੇਟੀ 'ਚ ਹੋਈ ਹੈ ਜਾਂ ਜੋ ਘੁਟਾਲੇ ਹੋਏ ਨੇ, ਉਹ ਸੰਗਤ ਨੂੰ ਸਾਰਾ ਪਤਾ ਹੈ। ਜਿੰਨੇ ਅੱਜ ਤੱਕ ਦੀ ਹਿਸਟਰੀ ਵਿੱਚ ਇੰਨੇ ਵੱਡੇ ਘੁਟਾਲੇ ਦਿੱਲੀ ਕਮੇਟੀ 'ਚ ਨਹੀਂ ਹੋਏ। ਜਿਹੜੀ ਮੁੱਢ ਸਰਨਾ ਸਾਹਿਬ ਨੇ ਥੋੜੀ ਜਿਹੀ ਵੱਡੀ ਸੀ ਘੁਟਾਲਿਆਂ ਦੀ, ਉਹ ਮਨਜੀਤ ਸਿੰਘ ਜੀਕੇ ਔਰ ਸਿਰਸਾ ਸਾਹਿਬ ਨੇ ਆ ਕੇ ਆਤੀ ਕਰਤੀ। ਤੇ ਸਾਡੀ ਪਾਰਟੀ ਅਗਰ ਸੰਗਤ ਸਾਨੂੰ ਸੇਵਾ ਦਾ ਮੌਕਾ ਬਖਸ਼ਦੀ ਨਹੀਂ, ਤੁਸੀਂ ਆਰੋਪ ਕਿਹਦੇ ਤੇ ਲਾ ਰਹੇ ਹੋ? ਜੀਕੇ ਸਾਹਿਬ ਤੇ ਕਿ ਸਿਰਸਾ ਸਾਹਿਬ? ਨਹੀਂ, ਮੈਂ ਤਿੰਨਾਂ ਤੇ ਆਰੋਪ ਲਗਾ ਰਿਹਾ ਜੀ। ਅੱਛਾ ਜੀ, ਸਾਡਾ ਮੋਟਿਵ ਅਸੀਂ ਤਿੰਨਾਂ ਤੇ ਆਰੋਪ ਲਗਾ ਰਹੇ ਹਾਂ। ਸਰਨਾ ਸਾਹਿਬ ਨੇ ਵੀ ਕੋਈ ਬਹੁਤ ਚੰਗਾ ਕੰਮ ਨਹੀਂ ਕੀਤਾ। ਦੇਖੋ ਨਾ, ਅਕਾਲ ਤਖਤ ਦੀ ਮਰਿਆਦਾ ਨਹੀਂ ਮੰਨੀ, 2 ਸੰਗਰਾਂਦਾਂ ਕਰਤੀਆਂ, 2 ਗੁਰਪੁਰਬ ਕਰਤੇ, ਸੰਗਤ ਕਨਫਿਊਜ਼ ਹੋ ਗਈ, ਸਿੱਖ ਸੰਗਤ ਵੰਡੀ ਗਈ। ਫਿਰ ਸੰਗਤਾਂ ਨੇ ਮਨਜੀਤ ਸਿੰਘ ਜੀ ਨੂੰ ਕੀ ਕੀਤਾ, ਤੇ ਮਨਜੀਤ ਸਿੰਘ ਜੀ ਕੇ ਤੇ ਇੱਕਦਮ ਜਿਨ੍ਹਾਂ ਨੂੰ ਸੰਗਤਾਂ ਨੇ ਨਾਂ ਪਾਤਾ ਸੀ ਜੀਸੀ ਗੋਲਕ ਚੋਰ। ਨਹੀਂ, ਜੇ ਅਗਰ ਐਵੇਂ ਦੀ ਗੱਲ ਹੁੰਦੀ ਤਾਂ ਆਪਾਂ ਚਾਹੇ ਸਰਨਾ ਸਾਹਿਬ ਦੀ ਗੱਲ ਕਰ ਲਈਏ, ਲਗਾਤਾਰ 2 ਵਾਰ ਜਿੱਤੇ, ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਹਨਾਂ ਦੀ ਜਿਹੜੇ ਕੈਂਡੀਡੇਟ ਸੀ ਉਹ ਵੀ ਲਗਾਤਾਰ ਦੂਸਰੀ ਵਾਰ ਜਿੱਤੇ ਨੇ। ਤੇ ਫਿਰ ਅਗਰ ਕਰਪਟ ਤੁਹਾਨੂੰ ਲੱਗ ਰਹੇ ਸੀ ਉਹ ਸੀਗੇ, ਤੁਸੀਂ ਪਹਿਲੇ ਕਿਉਂ ਨਹੀਂ ਬੋਲੇ? ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਤੁਸੀਂ ਇੰਨਾ ਵੇਟ ਕਿਉਂ ਕੀਤਾ? ਨਹੀਂ, ਵੇਟ ਅਸੀਂ ਸ਼ੁਰੂ ਤੋਂ ਹੀ ਬੋਲ ਰਹੇ ਹਾਂ, ਲੇਕਿਨ ਸੰਗਤ ਨੇ ਜਦੋਂ ਪਹਿਲੀ ਵਾਰ ਸਰਨਾ ਸਾਹਿਬ ਨੂੰ ਮੌਕਾ ਦਿੱਤਾ ਤੇ ਸਰਨਾ ਸਾਹਿਬ ਦੀ ਪਿਛਲੀ ਜੋ ਉਹਨਾਂ ਦੇ ਕਾਰਜਕਾਲ ਸੀ ਉਹ ਠੀਕ ਲੱਗਿਆ ਸੰਗਤਾਂ ਨੂੰ, ਉਹਨਾਂ ਨੂੰ ਮੌਕਾ ਦਿੱਤਾ। ਲੇਕਿਨ ਦੂਸਰੇ ਕਾਰਜਕਾਲ ਵਿੱਚ ਆ ਕੇ ਪੂਰੀ ਦਿੱਲੀ ਨੂੰ ਕੀ ਪੂਰੇ ਵਰਲਡ ਨੂੰ ਪਤਾ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਉਹਨਾਂ ਨੇ ਨਹੀਂ ਮੰਨੇ। ਤੁਹਾਨੂੰ ਵੀ ਪਤਾ ਹੋਏਗਾ, ਗੁਰਪੁਰਬ 2 ਦਿੱਲੀ ਮਨਾਏ ਗਏ, ਸਿੱਖ ਸੰਗਤਾਂ ਡਿਵਾਈਡ ਹੋ ਗਈਆਂ। ਇਹ ਡਿਵਾਈਡ ਕਰਨ ਦਾ ਕੰਮ ਸਰਨਾ ਸਾਹਿਬ ਨੇ ਆਰੰਭ ਕੀਤਾ ਸੀ ਔਰ ਉਸ ਡਿਵਾਈਡੇਸ਼ਨ ਦਾ ਫਾਇਦਾ ਚੁੱਕਿਆ ਬਾਦਲ ਪਾਰਟੀ ਨੇ। ਉਹਨਾਂ ਨੇ ਸੰਗਤਾਂ ਨੂੰ ਗੁੰਮਰਾਹ ਕੀਤਾ ਕਿ ਸਰਨਾ ਸਾਹਿਬ ਨੇ ਜੀ ਇਹ ਪਾਰਕਿੰਗ ਵੇਚਤੀ ਹੈ ਜੀ, ਇਹ ਫਲਾਣਾ ਕੰਮ ਕਰਤਾ, ਟਿਕਾਣਾ ਕੰਮ ਕਰਤਾ। ਉਹਦਾ ਨਜਾਇਜ਼ ਫਾਇਦਾ ਚੁੱਕ ਕੇ ਮਨਜੀਤ ਸਿੰਘ ਜੀ ਕੇ ਪ੍ਰਧਾਨ ਬਣ ਗਏ। ਲੇਕਿਨ ਦੂਸਰੀ ਵਾਰ ਜਦੋਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਹਾਂ ਦਾ ਨਾਰਾ ਨਹੀਂ ਮਾਰਿਆ, ਤੇ ਮਨਜੀਤ ਸਿੰਘ ਜੀ ਨੇ ਚਲਾਕੀ ਕੀਤੀ ਕਿ ਬਾਦਲਾਂ ਦੀ ਫੋਟੋ ਵੀ ਨਹੀਂ ਲਗਵਾਈ ਆਪਣੇ ਬੋਰਡ ਤੇ ਔਰ ਸੰਗਤਾਂ ਨੂੰ ਗੁੰਮਰਾਹ ਕਰਕੇ ਫਿਰ ਉਹੀ ਝੂਠੇ ਵਾਅਦੇ, ਬਸ ਇਹੀ ਗੱਲ ਹੈ, ਝੂਠੇ ਵਾਅਦੇ। ਉਹ ਫਿਰ ਦੂਸਰੀ ਵਾਰ ਵੀ ਆ ਗਏ। ਲੇਕਿਨ ਇਤਕੀ ਵਾਰ ਸੰਗਤ ਬੜੀ ਅਲਰਟ ਹੈ। ਸੰਗਤ ਨੂੰ ਸਾਰਾ ਪਤਾ ਹੈ ਕਿ ਸੱਚ ਕੀ ਹੈ, ਝੂਠ ਕੀ ਹੈ, ਕਿਉਂਕਿ ਕਿਸਾਨਾਂ ਨੇ ਸੰਗਤਾਂ ਨੂੰ ਜਗਾ ਦਿੱਤਾ। ਫਿਰ ਜੀ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਤੁਸੀਂ ਆਰੋਪ ਲਾ ਰਹੇ ਹੋ, ਜੀ ਤੁਹਾਡੇ ਤੇ ਕਿੱਦਾਂ ਵਿਸ਼ਵਾਸ ਕੀਤਾ ਜਾਵੇ? ਸ਼ਾਇਦ ਤੁਸੀਂ ਜਿੱਤਣ ਲਈ ਆਰੋਪ ਲਾ ਰਹੇ ਹੋ, ਤੁਸੀਂ ਵੀ ਇਲੈਕਸ਼ਨ 'ਚ ਪਾਰਟਿਸਿਪੇਟ ਕਰ ਰਹੇ ਹੋ ਨਾ, ਸੰਗਤ ਕਿਵੇਂ ਇਸ ਚੀਜ਼ ਨੂੰ ਜਸਟੀਫਾਈ ਕਰੇ? ਇੱਕ ਹੁੰਦਾ ਨਾ ਬੰਦਾ ਜਦੋਂ ਕਿਤੇ ਵੀ ਵੋਟਰਾਂ ਵਿੱਚ ਜਾਂਦਾ ਹੈ ਤੇ ਵੋਟਰ ਉੱਤੇ ਵਿਸ਼ਵਾਸ ਜਤਾਉਂਦਾ ਹੈ। ਬਿਲਕੁਲ ਠੀਕ ਹੈ। ਦੇਖੋ, ਤੁਹਾਡੀ ਇਸ ਗੱਲ ਨੂੰ ਅੱਗੇ ਵਧਾਵਾਂ, ਦਾਸ ਨੂੰ 25 ਸਾਲ ਹੋ ਗਏ ਚੈਰਿਟੀ ਕਰਦੇ ਹੋਏ, ਸੇਵਾ ਕਰਦੇ ਹੋਏ। ਸਾਡੀਆਂ ਫਾਊਂਡੇਸ਼ਨਸ ਦੇ ਥਰੂ ਅਸੀਂ 25 ਸਾਲ ਤੋਂ 300 ਤੋਂ। ਤੁਸੀਂ ਅਗਲੀ ਗੱਲ ਕਰੋ, ਮੇਰੇ ਕੁਐਸਚਨ ਹੋਰ ਲੈ ਲਓ। ਤੁਸੀਂ ਕਹਿ ਰਹੇ ਹੋ ਦਾਸ ਨੂੰ 25 ਸਾਲ ਹੋ ਗਏ ਸੇਵਾ ਕਰਦੇ, ਫਿਰ ਪਦ ਦੀ ਕਿਉਂ ਲਾਲਸਾ? ਉਦਾਂ ਹੀ ਸੇਵਾ ਕਰੀ ਜਾਓ। ਨਹੀਂ, ਬਿਲਕੁਲ ਠੀਕ ਹੈ। ਲੇਕਿਨ ਦੇਖੋ, ਜਦ ਤੱਕ ਅਗਰ ਕੋਈ ਸਿੱਖ ਜਿਹੜਾ ਸੇਵਾਦਾਰ ਹੈ ਉਹ ਅੱਗੇ ਨਹੀਂ ਆਏਗਾ, ਗੁਰਦੁਆਰੇ ਕਰਪਸ਼ਨ ਚਲਦੀ ਰਹੇਗੀ। ਅਸੀਂ ਇਸ ਕਰਪਸ਼ਨ ਨੂੰ ਠੱਲ ਪਾਣੀ ਹੈ, ਕਿਉਂਕਿ ਸਾਡਾ ਐਜੂਕੇਸ਼ਨ ਦਾ ਮਿਆਰ ਬਹੁਤ ਥੱਲੇ ਗਿਰ ਚੁੱਕਿਆ ਹੈ। ਜਿਹੜੇ ਸਾਡੇ ਬੱਚੇ ਨੂੰ ਐਜੂਕੇਸ਼ਨ ਨਹੀਂ ਮਿਲ ਰਿਹਾ, ਲੋੜਵੰਦ ਬੰਦਿਆਂ ਦੀ ਹੈਲਥ ਕੇਅਰ ਨਹੀਂ ਹੋ ਰਹੀ। ਸਿਰਫ ਔਰ ਸਿਰਫ ਜਿਹੜੇ ਤੁਸੀਂ, ਮੈਂ ਹੋਰ ਤੁਹਾਨੂੰ ਦੱਸਾਂ ਕਿ GHPS ਸਕੂਲਾਂ ਦਾ ਮਿਆਰ ਇੰਨਾ ਡਾਊਨ ਹੋ ਚੁੱਕਿਆ ਹੈ ਕਿ ਸਾਡੇ ਸਿੱਖ ਬੱਚੇ ਵੀ ਐਡਮਿਸ਼ਨ ਲੈਣਾ ਨਹੀਂ ਚਾਹੁੰਦੇ। ਨਹੀਂ, ਇੱਕ ਚੀਜ਼ ਹੋਰ ਦੇਖੀਏ, ਅਗਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਨਹੀਂ ਇਲੈਕਸ਼ਨ ਆਪਣੀ ਲੀਕ ਚੋਂ ਭਟਕ ਚੁੱਕੀ ਹੈ? ਕੋਈ ਵੀ ਜਿੱਤਦਾ, ਪੰਥਕ ਜਿਹੜੀ ਪ੍ਰੋਬਲਮਸ ਹੈ ਉਹ ਤਾਂ ਸੋਲਵ ਹੀ ਨਹੀਂ ਹੁੰਦੀਆਂ, ਆਪਾਂ ਦੂਸਰੀ ਤਰਫ ਹੀ ਲੱਗੇ, ਆਰੋਪ ਪ੍ਰਤਿ ਆਰੋਪ ਹੀ ਲੱਗੇ ਹੋਏ। ਇਹੀ ਗੱਲ ਭਾਈ ਸਾਹਿਬ ਮੈਂ ਕਲੀਅਰ ਕਰਨਾ। ਦੇਖੋ, ਮੈਂ ਤੁਹਾਨੂੰ ਥੋੜਾ ਬੈਕਗ੍ਰਾਉਂਡ ਹੀ ਲੈ ਕੇ ਜਾਊਂਗਾ। 1971 ਵਿੱਚ ਗੁਰਦੁਆਰਾ ਐਕਟ ਬਣਿਆ।
1974 ਤੱਕ ਸਰਕਾਰ ਨੇ ਕਿਹਾ ਕਿ 3 ਸਾਲ ਦਾ ਟਾਈਮ ਹੈ, ਤੁਹਾਡੇ 74 ਚ ਇਲੈਕਸ਼ਨ ਹੋਣਗੇ, ਤੁਸੀਂ ਰੂਲਸ ਰੈਗੂਲੇਸ਼ਨਸ ਦਿੱਲੀ ਕਮੇਟੀ ਦੇ ਬਣਾਓ। ਪਰ ਅਫਸੋਸ ਦੀ ਗੱਲ ਹੈ 74 ਤੋਂ ਲੈ ਕੇ ਹੁਣ ਤੱਕ 40 ਸਾਲ 50 ਸਾਲ ਹੋ ਗਏ ਨੇ, ਕੋਈ ਰੂਲਸ ਰੈਗੂਲੇਸ਼ਨਸ ਨਹੀਂ ਬਣੇ। ਜਿਹੜਾ ਪ੍ਰਧਾਨ ਜਨਰਲ ਸੈਕਟਰੀ ਬੰਦਾ ਉਹ ਆਪਣੇ ਰੂਲ ਬਣਾ ਲੈਂਦਾ, ਉਹ ਚਲਾਈ ਜਾਂਦਾ। ਫਿਰ ਉਹਦੇ 'ਚ ਕੀ ਹੈ, ਕਰਪਸ਼ਨ ਵੱਧ ਰਿਹਾ। ਸਾਨੂੰ ਤਕਲੀਫ ਇਸ ਗੱਲ ਦੀ ਹੈ ਕਿ ਬਾਲਾ ਸਾਹਿਬ ਹਸਪੀਟਲ ਤੇ ਝੂਠ ਬੋਲਿਆ ਗਿਆ, 550 ਬੈੱਡ ਦਾ ਵਾਅਦਾ ਕੀਤਾ ਗਿਆ। ਇਹ ਪਹਿਲਾਂ ਸਰਨਿਆਂ ਤੇ ਇਲਜ਼ਾਮ ਲਗਾਉਂਦੇ ਸਨ, ਫਿਰ ਆਪ ਆ ਗਏ। ਹੁਣ ਆਪ ਆ ਕੇ ਇਹਨਾਂ ਨੇ ਕੀ ਕੀਤਾ, ਡਾਇਲਿਸਿਸ ਸੈਂਟਰ ਖੋਲ ਕੇ ਰੱਖਤਾ। ਤੁਸੀਂ ਕਰੋ, ਲੇਕਿਨ ਜੋ ਵਾਅਦਾ ਉਹਨੂੰ ਤਾਂ ਪੂਰਾ ਕਰੋ ਨਾ। ਤੁਸੀਂ ਆਧੇ ਅਧੂਰੇ ਕੰਮ ਕਰਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ। ਅਸੀਂ ਸੰਗਤਾਂ ਨੂੰ ਗੁੰਮਰਾਹ ਨਾ ਕਰੋ। ਸਾਡਾ ਤੁਸੀਂ ਕਿਹਾ ਸਾਨੂੰ ਲੋੜ ਕੀ ਹੈ, ਸਾਨੂੰ ਲੱਗਦਾ ਕਿ ਸਾਨੂੰ ਸਭ ਤੋਂ ਵੱਧ ਲੋੜ ਹੈ। ਅਸੀਂ ਜਿਹੜੇ 46 ਵਾਰਡ ਤੇ ਨਵੇਂ ਚਿਹਰੇ ਲੈ ਕੇ ਆ ਰਹੇ ਹਾਂ, ਗੁਰਮੁਖ ਚਿਹਰੇ ਲੈ ਕੇ ਆ ਰਹੇ ਹਾਂ, ਔਰ ਬਿਲਕੁਲ ਜਿਨ੍ਹਾਂ ਨੇ ਚੈਰਿਟੀ ਕੀਤੀ ਹੈ, ਸਮਾਜ ਸੇਵਾ ਕੀਤੀ। ਪਿਛਲੇ ਚਿਹਰੇ ਵੀ ਗੁਰਮੁਖੀ ਸੀਗੇ? ਨਹੀਂ, ਦੇਖੋ ਇਹੀ ਤਾਂ ਗਲਤਫਹਿਮੀ ਹੈ ਭਾਜੀ। ਤੁਸੀਂ ਦੇਖੋ ਬੀਬੀ ਰਣਜੀਤ ਕੌਰ ਜਿਹੜੀ ਦਿੱਲੀ ਕਮੇਟੀ ਦੀ ਇਲੈਕਟਡ ਮੈਂਬਰ ਸਨ, ਉਹਨਾਂ ਤੇ ਬਾਦਲ ਪਾਰਟੀ ਦੇ ਬੰਦੇ ਨੇ ਕੇਸ ਕਰਤਾ ਕਿ ਬਈ ਇਹ ਜਿਹੜੇ ਅੰਮ੍ਰਿਤਧਾਰੀ ਨਹੀਂ ਹੈਗੇ, ਔਰ ਕੋਰਟ ਨੇ ਡਿਸੀਜਨ ਲੋਕਤੰਤਰ ਹੈ, ਆਰੋਪ ਲਗਾਉਣਾ ਤਾਂ ਲੋਕਾਂ ਦਾ ਗੱਲ ਹੈ ਨਾ। ਜੇ ਕੇਸ ਫਾਈਨਲ ਹੋਗਾ ਤਾਂ ਹੀ ਤਾਂ ਪਤਾ ਲੱਗੂਗਾ ਕਿ ਉਹ ਸਹੀ ਨੇ ਕਿ ਗਲਤ ਨੇ। ਅਰਿੰਦਰ ਭਾਜੀ, ਇਹ ਕੋਰਟ ਨੇ ਡਿਸੀਜਨ ਲਿਆ, ਨਹੀਂ ਕਰ ਰਿਹਾ। ਕੋਰਟ ਨੇ ਉਹਨਾਂ ਦੀ ਜਿਹੜੀ ਮੈਂਬਰੀ ਡਿਸਮਿਸ ਕੀਤੀ ਹੈ। ਮੈਂ ਤਾਂ ਕਹਿ ਨਹੀਂ ਰਿਹਾ। ਕੋਰਟ ਨੇ ਸਿਰਸਾ ਸਾਹਿਬ ਤੇ 420 409 ਮੈਂ ਔਨ ਰਿਕਾਰਡ ਬੋਲ ਰਿਹਾ 120 ਦੇ ਤਹਿਤ ਹੇਰਾਫੇਰੀ ਦਾ ਮਾਮਲਾ ਦਰਜ ਕੀਤਾ। ਕੰਪਲੇਂਟ ਕੀਤੀ ਸੀ ਸਰਨਾ ਸਾਹਿਬ ਦੇ ਬੰਦੇ ਦੀ, ਲੇਕਿਨ ਜਦੋਂ ਕੋਰਟ ਨੇ ਇਹ ਕਿਹਾ ਮਾਮਲਾ ਸਾਬਿਤ ਹੋ ਚੁੱਕਾ। ਹਾਂ ਨਹੀਂ ਬਿਲਕੁਲ ਅਜੇ ਕੋਰਟ ਤੇ ਚੱਲ ਰਿਹਾ ਨਾ। ਨਹੀਂ ਐਫਆਈਆਰ ਦਰਜ ਹੋ ਗਈ ਨਾ। ਨਹੀਂ ਦਰਜ ਤਾਂ ਮੈਂ ਤੁਹਾਡੇ ਤੇ ਕਰਾ ਰਿਹਾ ਐਫਆਈਆਰ ਕਿ ਤੁਸੀਂ ਮੇਰੇ ਲਈ ਐਵੇਂ ਕਰਾ। ਮਾਮਲਾ ਜਦ ਤੱਕ ਉਹ ਐਫਆਈਆਰ ਕੋਰਟ ਤੇ ਗਈ ਹੈ, ਜਾਂਚ ਲੱਗੂਗੀ, ਫਿਰ ਅਗਰ ਉਹਨਾਂ ਨੂੰ ਪਸੰਦ ਨਹੀਂ ਫਿਰ ਹਾਈ ਕੋਰਟ ਜਾਣਗੇ, ਫਿਰ ਸੁਪਰੀਮ ਕੋਰਟ ਜਾਣਗੇ। ਇਹ ਤੁਹਾਨੂੰ ਗੱਲ ਦੱਸਣਾ ਬਾਜੀ, ਦੇਖੋ ਹੋਇਆ ਕੀ ਹੈ ਕਿ ਸਰਨਾ ਸਾਹਿਬ ਨੇ ਇਲਜ਼ਾਮ ਲਗਾਇਆ, ਕੇਸ ਕੀਤਾ, ਲੇਕਿਨ ਸਰਨਾ ਸਾਹਿਬ ਹੀ ਕੋਰਟ 'ਚ ਪਹੁੰਚ ਗਏ, ਉਹਨਾਂ ਦੇ ਬੰਦੇ ਹੀ ਪਹੁੰਚ ਗਏ ਕਿ ਸਾਨੂੰ ਟਾਈਮ ਦਿੱਤਾ ਜਾਏ ਜੀ, ਇਨਕੁਆਇਰੀ ਛੂਟ ਦਿੱਤੀ। ਇਹਦਾ ਮਤਲਬ ਸਰਨਾ ਔਰ ਸਿਰਸਾ ਦੋਨੋਂ ਮਿਲੇ ਹੋਏ ਨੇ। ਅਸੀਂ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਦੇਖੋ ਇੱਕ ਪਾਸੇ ਕੇਸ ਕਰ ਰਹੇ ਨੇ, ਐਫਆਈਆਰ ਦਰਜ ਹੋ ਰਹੀ ਹੈ, ਫਿਰ ਕੋਰਟ ਜਾ ਕੇ ਪੇਸ਼ ਹੋ ਰਹੇ ਨੇ ਕਿ ਸਾਨੂੰ ਟਾਈਮ ਦਿੱਤਾ ਜਾਏ। ਅੱਛਾ, ਇੱਕ ਬਟਾਲਾ ਸਾਹਿਬ ਦੀ ਪਾਰਟੀ ਆ ਰਹੀ ਹੈ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਉਹ ਬਟਾਲਾ ਸਾਹਿਬ ਤੇ ਚਲੋ ਹੁਣ ਮੈਂ ਉਹਨਾਂ ਬਾਰੇ ਕੀਰਤਨੀ ਨੇ ਗੁਰੂ ਕਰਦੇ ਬੋਲਣਾ ਨਹੀਂ ਚਾਹੁੰਦਾ। ਨਹੀਂ, ਤੁਹਾਡੇ ਪ੍ਰਤੀਦਵੰਦੀ ਨੇ, ਬੋਲੋ, ਬਿਲਕੁਲ ਬੋਲੋ। ਪ੍ਰਤੀਦਵੰਦੀ ਦੇਖੋ ਜੇ ਆਪਾਂ ਇਲੈਕਸ਼ਨ ਤਾਂ ਉਹ ਵੀ ਲੜ ਰਹੇ ਨੇ, ਕਿਉਂ ਨਹੀਂ ਬੋਲੋਗੇ ਤੁਸੀਂ? ਉਹਨਾਂ ਨੂੰ ਪੁੱਛੋ 4 ਸਾਲ ਕਿੱਥੇ ਗਏ ਰਹੇ ਨੇ, ਉਹ ਦਿੱਲੀ ਤੋਂ ਨਜ਼ਰ ਨਹੀਂ ਆਏ ਸਾਨੂੰ। ਉਹ ਤਾਂ ਤੁਸੀਂ ਪੁੱਛੋਗੇ ਨਾ, ਅਸੀਂ ਪੁੱਛਣਾ ਜਾਂ ਵੋਟਰ ਪੁੱਛਣਗੇ। ਅਸੀਂ ਕਹਿੰਦੇ ਬਟਾਲਾ ਸਾਹਿਬ ਬੜੇ ਸਤਿਕਾਰ ਹੋਗੇ, ਮੈਂ ਹੱਥ ਜੋੜ ਕੇ ਪੁੱਛਣਾ ਜੀ ਕਿ ਤੁਸੀਂ ਦੱਸੋ ਬਟਾਲਾ ਸਾਹਿਬ 4 ਸਾਲ ਕਿੱਥੇ ਸੋ? ਦਿੱਲੀ ਨਜ਼ਰ ਨਹੀਂ ਆਇਆ 4 ਸਾਲ ਤੋਂ। ਹੁਣ 4 ਸਾਲ ਬਾਅਦ ਤੁਹਾਡੇ ਪੋਸਟਰ ਲੱਗੇ। ਉਹ ਵੀ ਤੁਹਾਡੀ ਗੱਲ ਕਰ ਰਹੇ ਨੇ, ਸਾਨੂੰ ਮਜਬੂਰਨ ਆਣਾ ਪਿਆ ਕਿਉਂਕਿ ਜਿਨ੍ਹਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਹਿੰਦੇ ਨੇ ਡੋਰ ਸੌਂਪੀ ਸੀ, ਉਹਨਾਂ ਤੇ ਕਰਪਸ਼ਨ ਹੀ ਕੀਤੇ ਨੇ। ਉਹ ਵੀ ਇਹੀ ਗੱਲ ਕਹਿ ਰਹੇ ਨੇ, ਉਹ ਤਾਂ ਐਸਜੀਪੀਸੀ ਦਾ ਆਰੋਪ ਲਾ ਰਹੇ ਨੇ। ਮੈਂ ਤਾਂ ਕਹਿ ਰਿਹਾ ਉਹਨੂੰ ਐਸਜੀਪੀਸੀ ਇਲੈਕਸ਼ਨ ਲੜਨੀ ਚਾਹੀਦੀ। ਮੈਂ ਉਹੀ ਤਾਂ ਗੱਲ ਕਰ ਰਿਹਾ, ਨਹੀਂ ਦਿੱਲੀ ਸਿਰਫ ਤੁਹਾਡੀ ਹੈਗੀ, ਲੋਕਤੰਤਰ ਹੈ। ਲੋਕਤੰਤਰ ਹੈ, ਉਹ ਜ਼ਰੂਰ ਆਣ, ਅਸੀਂ ਉਹਨਾਂ ਨੂੰ ਮਨਾ ਨਹੀਂ ਕਰ ਰਹੇ। ਦੇਖੋ ਇਹ ਦੇਖੋ ਸਭ ਦਾ ਅਧਿਕਾਰ ਹੈ, ਉਹ ਹਰ ਸਿੱਖ ਦਾ ਅਧਿਕਾਰ ਹੈ, ਲੇਕਿਨ ਸਿਰਫ ਮੈਂ ਇਹ ਪੁੱਛਣਾ ਚਾਹੁੰਦਾ ਕਿ 4 ਸਾਲ ਬਾਅਦ ਕਿਉਂ ਜਾਗੇ ਨੇ? ਅਸੀਂ ਤਾਂ 4 ਸਾਲ ਸੰਗਤਾਂ 'ਚ ਰਹੇ ਹਾਂ, ਵਿਚ ਰਹੇ ਹਾਂ, ਸੰਗਤਾਂ ਨੂੰ ਪੁੱਛਿਆ, ਸੁੱਖ ਦੁੱਖ 'ਚ ਨਾਲ ਖੜੇ ਰਹੇ ਹਾਂ, ਸੇਵਾ ਕੀਤੀ ਹੈ। ਉਹ 4 ਸਾਲ ਕਿੱਥੇ ਰਹਿਣੇ ਕਿ ਵੀ ਕੰਮ ਦੱਸਣ ਦਿੱਲੀ ਆ ਗਏ ਕਿ 4 ਸਾਲ 'ਚ ਬਟਾਲਾ ਸਾਹਿਬ ਨੇ ਕੋਈ ਇੱਕ ਕੰਮ ਕੀਤਾ ਤੁਹਾਨੂੰ ਦੱਸ। ਅੱਛਾ, ਕਿਹੜੇ ਕੰਮਾਂ ਨੂੰ ਲੈ ਕੇ ਤੁਸੀਂ ਹੁਣ ਲੋਕਾਂ ਦੀ ਜਿਹੜੀ ਕਚਹਿਰੀ ਉਹਦੇ 'ਚ ਜਾ ਰਹੇ ਹੋ? ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਾਥਮਿਕਤਾ 'ਚ, ਚਲੋ ਕਰਪਸ਼ਨ ਇੱਕ ਅਲੱਗ ਗੱਲ ਹੈ, ਉਹ ਅਲੱਗ ਮੁੱਦਾ ਹੈ, ਉਹ ਵੀ ਅਲੱਗ ਹੈ, ਬਟ ਤੁਹਾਡਾ ਆਪਣਾ ਵੀ ਕੋਈ ਚੁਣਾਵ ਦਾ ਕੋਈ ਉਹ ਬਣਿਆ ਹੋਊਗਾ? ਦੇਖੋ ਜੀ, ਸਾਡੇ ਮੁੱਖ ਜਿਹੜੇ ਨੇ 5 ਪੁਆਇੰਟ ਨੇ। ਪਹਿਲਾ ਸਾਡਾ ਪੁਆਇੰਟ ਹੈ ਧਾਰਮਿਕ ਖੇਤਰ, ਜਿਹਨੂੰ ਧਰਮ ਪ੍ਰਚਾਰ ਆਪਾਂ ਕਹਿੰਦੇ ਹਾਂ। ਦੂਸਰਾ ਸਾਡਾ ਐਜੂਕੇਸ਼ਨ ਹੈ। ਐਜੂਕੇਸ਼ਨ ਦੀ ਮਿਆਰ ਬਾਦਲਾਂ ਨੇ ਇੰਨੀ ਗਿਰਾ ਦਿੱਤੀ ਹੈ ਦਿੱਲੀ ਵਿੱਚ ਕਿ ਸਾਨੂੰ ਸ਼ਰਮ ਆਉਂਦੀ ਹੈ ਆਪਣੇ ਜੀਐਚਪੀ ਸਕੂਲਾਂ ਤੇ। ਤੀਸਰਾ ਸਾਡਾ ਹੈਲਥ ਸੈਕਟਰ ਹੈ ਜੀ। ਅਸੀਂ ਹੈਲਥ ਵਿੱਚ ਵੱਧ ਤੋਂ ਵੱਧ ਕੰਮ ਕਰਨਾ ਹੈ ਆਪਣੇ ਸਿੱਖ ਬੱਚਿਆਂ ਵਾਸਤੇ, ਸਿੱਖ ਫੈਮਿਲੀ, ਅੰਮ੍ਰਿਤਧਾਰੀ ਫੈਮਲੀਆਂ ਵਾਸਤੇ। ਚੌਥਾ ਜਿਹੜਾ ਸਾਡਾ ਮਿਆਰ ਹੈ ਭਾਈ ਸਾਹਿਬ, ਉਹ ਸਾਡਾ ਜਿਹੜਾ ਸਟਾਫ ਹੈ ਦਿੱਲੀ ਕਮੇਟੀ ਦਾ, ਉਹ ਵੀ ਬੜਾ ਪਰੇਸ਼ਾਨ ਹੈ। ਕਿਸੇ ਨੂੰ ਟਾਈਮ ਨਾਲ ਸੈਲਰੀਆਂ ਨਹੀਂ ਮਿਲ ਰਹੀਆਂ ਨੇ, ਪੀਐਫ ਖਾ ਜਾ ਰਹੇ ਨੇ। ਇਹਨੂੰ ਅਸੀਂ ਜ਼ਰੂਰ ਕੰਟਰੋਲ ਕਰਨਾ। ਔਰ 5ਵਾਂ ਜੋ ਸਾਡੇ ਗੁਰਦੁਆਰੇ ਦੇ ਸੌਂਦਰੀਕਰਨ ਨੇ, ਜੋ ਸਾਡੇ ਗੁਰਦੁਆਰੇ ਦੀ ਦੇਖ ਰੇਖ ਹੈ। ਅੱਜ ਤੁਸੀਂ ਦੇਖੋ, ਬੁਰਾ ਨਾ ਮੰਨਿਆ ਜੇ, ਅੱਜ ਮੈਂ ਕਿਸੇ ਨੂੰ ਫੋਨ ਕਰਦਾ ਕਿ ਬੰਗਲਾ ਸਾਹਿਬ ਕਮਰਾ ਚਾਹੀਦਾ, ਨਹੀਂ ਮਿਲੇਗਾ, ਕਿਉਂਕਿ ਵੀਰ ਜੀ ਨੇ ਫੋਨ ਕਰ ਦਿੱਤਾ। ਕਮਰਾ ਹੋਏਗਾ ਤਾਂ ਵੀ ਨਹੀਂ ਮਿਲੇਗਾ। ਇਸ ਤਰ੍ਹਾਂ ਸ਼ਿਕਾਇਤਾਂ ਸਾਨੂੰ ਆਉਂਦੀਆਂ ਨੇ ਕਿਉਂਕਿ ਇਹਨਾਂ ਨੇ ਪੋਲੀਟੀਕਲ ਲੋਕਾਂ ਨੂੰ ਚੇਅਰਮੈਨ ਬਣਾਤਾ। ਜਦੋਂ ਪੋਲੀਟੀਕਲ ਲੋਕ ਚੇਅਰਮੈਨ ਬਣਨਗੇ ਤਾਂ ਉਹ ਆਪਣੀ ਪਾਰਟੀ ਨੂੰ ਪ੍ਰਮੋਟ ਕਰਦੇ ਨੇ। ਤੇ ਇਹ 5 ਸਾਡੇ ਮੁੱਖ ਮੁੱਦੇ ਨੇ। ਹੁਣ ਦੇਖੋ, ਮੈਂ ਧਰਮ ਪ੍ਰਚਾਰ ਦੀ ਗੱਲ ਕੀਤੀ ਹੈ, ਗੱਲ ਕੀਤੀ ਨਹੀਂ, ਅਸੀਂ ਜੋ ਕਹਿ ਰਹੇ ਕਰ ਰਹੇ ਹਾਂ। ਅਸੀਂ ਕਿਹਾ ਅਸੀਂ ਹਜੂਰ ਸਾਹਿਬ ਜਾਂ ਪੰਜਾ ਤਖਤ ਫ੍ਰੀ ਯਾਤਰਾ ਕਰਾਵਾਂਗੇ 18 ਮਾਰਚ ਨੂੰ। ਭਾਈ ਸਾਹਿਬ, ਅਸੀਂ 180 ਸੰਗਤ ਹਜੂਰ ਸਾਹਿਬ ਲੈ ਕੇ ਜਾ ਰਹੇ ਹਾਂ, ਬਿਲਕੁਲ ਫ੍ਰੀ। ਦੇਖ ਲਓ, 5 ਜਿਹੜੇ ਤੁਸੀਂ ਸਾਡੇ ਕੈਮਰੇ 'ਚ ਬੋਲੇ ਨੇ, ਪਬਲਿਕ ਦੀ ਕਚਹਿਰੀ ਜਦੋਂ ਇਲੈਕਸ਼ਨ ਹੋ ਗਏ, ਕਿਉਂਕਿ ਹੁਣ ਤੁਸੀਂ ਆਰੋਪ ਲਾ ਰਹੇ ਹੋ ਸਰਨਾ ਸਾਹਿਬ ਤੇ, ਤੁਸੀਂ ਆਰੋਪ ਲਾ ਰਹੇ ਹੋ ਸਿਰਸਾ ਸਾਹਿਬ ਤੇ, ਤੁਸੀਂ ਆਰੋਪ ਲਾ ਰਹੇ ਹੋ ਬਟਾਲਾ ਸਾਹਿਬ ਤੇ, ਫਿਰ ਕੱਲ ਉਹਨਾਂ ਨੇ ਤੁਹਾਡੇ ਤੇ ਆਰੋਪ ਲਾਉਣਾ ਆਪਣੇ। ਆਰੋਪ ਤਾਂ ਲਗਾਉਣ ਕਿ ਸੇਵਾ ਨਹੀਂ ਕਰਾਂਗੇ ਅਸੀਂ, ਸਾਡੇ ਆਰੋਪ ਲੱਗ ਨਹੀਂ ਸਕਦਾ ਕਿਉਂਕਿ ਸਾਡਾ ਤਾਂ ਮੋਟਿਵ ਹੀ ਸੇਵਾ ਹੈ। ਸਾਡੀ ਦੇ ਬੈਕਗ੍ਰਾਉਂਡ ਤੁਸੀਂ ਦੇਖ ਲੋਗੇ, ਸਿਰਫ ਸੇਵਾ 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 ਔਰ ਨਿਸ਼ਕਾਮ ਸੇਵਾ, ਫ੍ਰੀ ਸੇਵਾ।
ਨਹੀਂ ਸੇਵਾ ਕਰਦੇ ਕਰਦੇ ਫਿਰ ਇਲੈਕਸ਼ਨ ਦਾ ਕਿਵੇਂ ਮੂਡ ਕੀ ਮਤਲਬ ਜਜ਼ਬਾ ਹੈ, ਕੀ ਸੋਚ ਹੈ ਕਿ ਸੇਵਾ ਦੇ ਨਾਲ ਅਗਰ ਇੱਕ ਕੁਰਸੀ ਮਿਲ ਜਾਵੇ ਤੇ ਸੇਵਾ ਹੋਰ ਹੋ ਜਾਊਗੀ ਵਧੀਆ, ਦੇਖੋ ਕੁਰਸੀ ਜ਼ਿੰਮੇਵਾਰੀ ਇੱਕ ਮਿਲ ਜਾਊਗੀ। ਇੱਕ ਜ਼ਿੰਮੇਵਾਰੀ ਹੋ ਜਾਏਗੀ, ਬਸ ਤੁਸੀਂ ਹੁਣ ਗੱਲ ਮੇਰੀ ਪਕੜ ਲਈ, ਇਹ ਜ਼ਿੰਮੇਵਾਰੀ ਸ਼ਬਦ ਹੈ, ਕਿਉਂਕਿ ਦਿੱਲੀ ਦੀ ਸਿੱਖ ਸੰਗਤ ਚਾਹੁੰਦੀ ਹੈ ਕਿ ਹੁਣ ਜ਼ਿੰਮੇਵਾਰ ਬੰਦੇ ਆਣ। ਕਿਤੇ ਇਹ ਤਾਂ ਨਹੀਂ ਕਿ ਜਿਸ ਫੋਨ ਕਰਕੇ ਤੁਸੀਂ ਕਿਸੇ ਨੂੰ ਕਮਰਾ ਦੇਣਾ ਹੋਵੇ ਫਿਰ ਆਰਾਮ ਨਾਲ ਮਿਲ ਜਾਊਗਾ? ਨਹੀਂ ਕਿਤੇ ਫਿਰ ਇਹ ਵੀ ਨਹੀਂ ਉਹ ਦੇਖੋ ਸਿੱਖੋ ਤਾਂ ਮਾਨੂੰ ਐਗਜ਼ਾਮਪਲ ਦਿੱਤਾ ਭਾਜੀ। ਚਲੋ ਮੈਂ ਵੀ ਐਗਜ਼ਾਮਪਲ ਹੀ ਦੇ ਰਿਹਾ, ਮੈਂ ਤਾਂ ਸਿਰਫ ਇੰਨੀ ਗੱਲ ਕਹਿ ਰਿਹਾ ਇਹ ਵੀ ਸੇਵਾ ਹੀ ਹੈ ਜੀ। ਜਿਹੜੀ ਅੱਜ ਦੇ ਹਾਲਾਤ ਦੇਖੋ, ਇਹ ਦੂਜੀ ਗੱਲ ਹੋ ਰਿਹਾ ਹੁਣ ਸਿਰਸਾ ਸਾਹਿਬ ਪ੍ਰਧਾਨ ਨੇ, ਉਹਨਾਂ ਨੂੰ ਮਿਲਣ ਵਾਸਤੇ ਬੰਦਿਆਂ ਨੂੰ 2-2 ਘੰਟੇ ਵੇਟ ਕਰਨੀ ਪੈਂਦੀ ਹੈ, ਫੋਨ ਕਰਨੇ ਪੈਂਦੇ ਨੇ। ਵਡਾਲਾ ਸਾਹਿਬ ਤੇ ਪਤਾ ਨਹੀਂ ਕਦੋਂ ਆਉਂਦੇ ਨੇ ਕਦੋਂ ਜਾਂਦੇ ਨੇ, ਪਤਾ ਹੀ ਨਹੀਂ ਹੈ। ਸਰਨਾ ਸਾਹਿਬ ਦਾ ਇਹ ਹਾਲ ਹੈ, ਬਿਜ਼ਨਸਮੈਨ ਤਗੜੇ ਬਿਜ਼ਨਸ ਦਾਸ ਇੱਕ ਡਾਊਨ ਟੂ ਅਰਥ ਬੰਦਾ ਹੈ। ਮੇਰੇ ਆਫਿਸ ਆਓ, ਘਰ ਆਓ, ਫੋਨ ਕਰੋ, ਲੋਕ ਫਟਾਫਟ ਮਿਲ ਰਹੇ ਨੇ। ਲੋਕ ਕਹਿਣ ਵੀ ਇਹੋ ਜਿਹਾ ਪ੍ਰਧਾਨ ਚਾਹੀਦਾ ਜਿਹੜੀ ਫਟਾਫਟ ਸਾਡੀ ਗੱਲ ਸੁਣੇ, ਤੁਹਾਨੂੰ ਫਟਾਫਟ ਮਿਲੇ। ਸੋ ਅਗਰ ਸੰਗਤ ਅੱਗੇ ਲੈ ਕੇ ਆ ਰਹੀ, ਅਸੀਂ ਸੰਗਤ ਦੀ ਸੇਵਾ ਕਰਨ ਨੂੰ ਤਿਆਰ ਹਾਂ, ਬਿਲਕੁਲ ਸੰਗਤ ਦੀ ਸੇਵਾ ਕਰਾਂਗੇ, ਤਨ ਮਨ ਧਨ ਨਾਲ ਸੇਵਾ ਕਰਾਂਗੇ। ਚਲੋ ਜੀ, ਮਿਹਰਬਾਨੀ ਤੁਸੀਂ ਸਾਡੇ ਨਾਲ ਗੱਲ ਕੀਤੀ ਤੇ ਆਪਣਾ ਜਿਹੜਾ ਟਾਈਮ ਹੈ ਸਾਨੂੰ ਦਿੱਤਾ। ਬਿਲਕੁਲ ਜੀ, ਮਕਸਦ ਇਹੀ ਹੋ ਇਹਨਾਂ ਨਾਲ ਗੱਲ ਕਰਨ ਦਾ ਕਿ ਇਹਨਾਂ ਨੇ ਜੋ ਵਾਅਦਿਆਂ ਦੇ ਅਨੁਸਾਰ ਜਨਤਾ ਵਿੱਚ ਜਾਣਾ ਜਾਂ ਸੰਗਤ ਵਿੱਚ ਜਾਣਾ ਹੈ, ਉਹ ਸਾਡੇ ਸਾਹਮਣੇ ਆ ਕੇ ਤੁਹਾਡੇ ਰੂਬਰੂ ਕਰ ਰਹੇ ਨੇ। ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਪੰਥਕ ਚੋਣਾਂ ਵਿੱਚ ਆਰੋਪ ਪ੍ਰਤਿਆ ਆਰੋਪ ਵੀ ਜੁੜ ਚੁੱਕੇ ਨੇ, ਜੋ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਪੰਥ ਦੇ ਵਿਕਾਸ ਲਈ ਇਹ ਚੋਣਾਂ ਕਰਾਉਂਦੇ ਆ, ਸਿੱਖ ਦੇ ਵਿਕਾਸ ਲਈ ਚੋਣਾਂ ਕਰਾਉਂਦੇ ਆ, ਸਿੱਖ ਧਰਮ ਦੇ ਵਿਕਾਸ ਲਈ ਚੋਣਾਂ ਕਰਾਉਂਦੇ ਆ, ਕਿਉਂਕਿ ਇਹ ਜ਼ਿੰਮੇਵਾਰੀ ਉਸੇ ਇਨਸਾਨ ਨੂੰ ਦਿੰਦੇ ਆ ਜਿਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾ ਸਕੇ। ਨਹੀਂ ਤਾਂ ਫਿਰ ਉਹੀ ਹੈ, ਫਿਰ ਅਗਲੇ ਟਰਨ ਤੇ ਜਨਤਾ ਆਪਣਾ ਫਤਵਾ ਦੇ ਦਿੰਦੀ ਹੈ। ਲੇਕਿਨ ਮੈਂ ਜਨਤਾ ਨੂੰ ਵੀ ਇੱਕ ਬੇਨਤੀ ਕਰੂੰਗਾ, ਖਾਸ ਕਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੋਟਰ ਨੇ, ਉਹ ਇਸ ਵਾਰ ਪੂਰਾ ਇੰਟਰਸਟ ਲੈਣ, ਕਿਉਂਕਿ ਪਿਛਲੀ ਵਾਰ 41% ਸਮਥਿੰਗ VOTING ਹੋਈ ਸੀ ਤੇ ਡਿਸੀਜਨ ਪੂਰੀ ਤਰ੍ਹਾਂ ਨਹੀਂ ਆ ਪਾਇਆ ਸੀ। ਬੇਨਤੀ ਤੁਹਾਨੂੰ ਵੀ ਹੈ, ਤੁਸੀਂ ਬਿਲਕੁਲ ਇੰਟਰਸਟ ਲਓ, ਆਓ, ਕਿਉਂਕਿ ਇਹ ਤੁਹਾਡੀ ਕਹਿੰਦੇ ਨੇ ਇਹ ਪੈਰੋਕਾਰ ਨੇ, ਤੁਹਾਡੀ ਜੋ ਸਮੱਸਿਆਵਾਂ ਨੇ ਉਹਨਾਂ ਦੇ ਸਮਾਧਾਨ ਕਰਨਗੇ ਤੇ ਕਿਤੇ ਨਾ ਕਿਤੇ ਤੁਹਾਡੇ ਹਰ ਉਸ ਸਵਾਲ ਦਾ ਜਵਾਬ ਦੇਣਗੇ ਜੋ ਤੁਸੀਂ ਪੁੱਛ ਸਕਦੇ ਹੋ, ਜੋ ਇਹਨਾਂ ਤੇ ਤੁਸੀਂ ਜ਼ਿੰਮੇਵਾਰੀ ਸੁੱਟੀ ਹੈ। ਬਿਲਕੁਲ ਜੀ, ਜਿੱਤੇਗਾ ਕੌਣ ਹਾਰੇਗਾ ਕੌਣ ਇਹ ਤਾਂ 25 ਅਪ੍ਰੈਲ ਵੋਟਾਂ ਪਾਉਣ ਤੋਂ ਬਾਅਦ ਹੀ ਪਤਾ ਲੱਗੂਗਾ। ਲੇਕਿਨ ਹਰ ਪ੍ਰਤਿਆਸ਼ੀ ਸੰਘਰਸ਼ ਕਰ ਰਿਹਾ ਆਪਣੇ ਮੁੱਦਿਆਂ ਨੂੰ ਲੈ ਕੇ, ਆਪਣੇ ਚੁਣਾਵ ਏਜੰਡਿਆਂ ਨੂੰ ਲੈ ਕੇ, ਤੇ ਕਿਤੇ ਨਾ ਕਿਤੇ ਜਨਤਾ ਦੀ ਕਸੌਟੀ ਵਿੱਚ ਜਾ ਕੇ ਉਹਨਾਂ ਤੋਂ ਵੋਟ ਮੰਗ ਰਿਹਾ। ਇੱਕ ਵਾਰ ਫਿਰ ਪਰਮਜੀਤ ਸਿੰਘ ਵੀਰ ਜੀ ਬਹੁਤ ਸਵਾਗਤ ਹੈ। ਫਤਿਹ ਟੀਵੀ ਤੇ ਨਿਰੰਤਰ ਜੁੜੇ ਰਹੋ। ਜਲਦੀ ਕਿਸੇ ਹੋਰ ਕੈਂਡੀਡੇਟ ਨਾਲ ਜਾਂ ਉਮੀਦਵਾਰ ਨਾਲ ਆਪਾਂ ਮਿਲ ਕੇ ਉਹਨਾਂ ਚੁਣਾਵ ਮੁੱਦੇ ਦੀ ਗੱਲਬਾਤ ਕਰਨਾ ਚਾਹੁੰਦੇ। ਹੋਰ ਇੱਕ ਅਪੀਲ ਕਰਦਾ, ਪੈਸਾ ਦੀ ਗੱਲ ਬਹੁਤ ਅੱਛੀ ਲੱਗੀ, ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਵੱਧ ਤੋਂ ਵੱਧ VOTING ਕਰੋ। ਤੁਸੀਂ ਜ਼ਰੂਰ ਆਪਣੇ ਵੋਟ ਦਾ ਉਪਯੋਗ ਕਰੋ, ਕਿਉਂਕਿ ਤੁਹਾਡੇ ਵੋਟਾਂ ਨਾਲ ਹੀ ਸੱਚੇ ਬੰਦੇ ਅੱਗੇ ਆ ਸਕਦੇ ਨੇ। ਮੈਂ ਵੀ ਮੇਰੀ ਰਿਕੁਐਸਟ ਹੈ, ਜ਼ਰੂਰ ਆਪਣੀ VOTING ਕਰੋ। ਤੁਸੀਂ ਚਾਹੁੰਦੇ ਇਸ ਪ੍ਰੋਗਰਾਮ ਨੂੰ ਲੈ ਕੇ ਅਸੀਂ ਅਗਲੇ ਕੈਂਡੀਡੇਟ ਤੋਂ ਕੋਈ ਪ੍ਰਸ਼ਨ ਪੁੱਛੀਏ ਜੋ ਤੁਹਾਡੇ ਦਿਲ ਵਿੱਚ ਹੈ, ਲੇਕਿਨ ਤੁਸੀਂ ਨਹੀਂ ਪੁੱਛ ਪਾ ਰਹੇ ਹੋ, ਥੱਲੇ ਦਿੱਤੇ ਮੇਲ ਤੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਉਹ ਕੁਐਸਚਨ ਸਾਨੂੰ ਦੱਸ ਸਕਦੇ ਹੋ, ਤੇ ਜਿਸ ਕੈਂਡੀਡੇਟ ਨੂੰ ਤੁਸੀਂ ਕਹੋਗੇ ਅਸੀਂ ਜ਼ਰੂਰ ਜਾ ਕੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤੇ ਜਵਾਬ ਵੀ ਲਵਾਂਗੇ। ਨਿਰੰਤਰ ਦੇਖਦੇ ਰਹੋ ਫਤਿਹ ਟੀਵੀ ਤੇ ਬਣੇ ਰਹੋ ਫਤਿਹ ਟੀਵੀ ਨਾਲ। ਸਤਿ ਸ੍ਰੀ ਅਕਾਲ।